ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪੰਜਵਾ। ਸਗਲ ਸੂਖ ਜਪ ਏਕੈ ਨਾਮ, ਸਗਲ ਧਰਮ ਹਰਿ ਕੇ ਗੁਣ ਗਾਮ। ਹੇ ਜੀਵ, ਇੱਕ ਪਰਮੇਸ਼ਰ ਦਾ ਨਾਮ ਜਪਣ ਕਰਕੇ ਹੀ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਜੋ ਹਰੀ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰਦਾ ਹੈ, ਉਸ ਨੂੰ ਸਾਰੇ ਧਰਮ ਕਹੀਏ, ਜਗ, ਪੁੰਨ ਇਤਿਆਦਿ ਦੇ ਸਾਰੇ ਫਲ ਪ੍ਰਾਪਤ ਹੋ ਜਾਂਦੇ ਆ। ਮਹਾ ਪਵਿੱਤਰ ਸਾਧ ਕਾ ਸੰਗ, ਜਿਸ ਭੇਟਤ ਲਾਗੈ ਪ੍ਰਭ ਰੰਗ। ਸ੍ਰੇਸ਼ਟ ਮਹਾਂਪੁਰਖਾਂ ਦਾ ਸੰਗ ਕਹੀਏ, ਸਾਥ, ਚਿੱਤ ਨੂੰ ਮਹਾਂ ਬਹੁਤ ਪਵਿੱਤਰ ਸ਼ੁੱਧ ਕਰ ਦਿੰਦਾ ਹੈ। ਜਿਸ ਸਾਧ ਜਨਾਂ ਦੇ ਭੇਟਤ ਮਿਲਣ ਕਰਕੇ ਪ੍ਰਭੂ ਪਰਮੇਸ਼ਰ ਨਾਲ ਪ੍ਰੇਮ ਲੱਗ ਜਾਂਦਾ ਹੈ। ਗੁਰ ਪ੍ਰਸਾਦ ਓਏ ਆਨੰਦ ਪਾਵੈ। ਸਤਿਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਕਰਕੇ ਉਹ ਸਦਾ ਰਹਿਣ ਵਾਲਾ ਆਨੰਦ ਪ੍ਰਾਪਤ ਕਰੀਦਾ ਹੈ। ਜਿਸ ਸਿਮਰਤ ਮਨ ਹੋਏ ਪਰਗਾਸਾ, ਤਾ ਕੀ ਗਤ ਮਿਤ ਕਹਿਨ ਨ ਜਾਵੈ ਰਹਾਉ। ਜਿਸ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਹਿਰਦੇ ਵਿੱਚ ਅਪਰੋਖ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਸ ਪਰਮੇਸ਼ਰ ਦੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਕਥਨ ਕਹਿਣ ਤੋਂ ਬਾਹਰੀ ਹੁੰਦੀ ਹੈ, ਕਹੀ ਨਹੀਂ ਜਾ ਸਕਦੀ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਹਨ। ਵਰਤ ਨੇਮ ਮੱਜਨ ਤਿਸ ਪੂਜਾ, ਵੇਦ ਪੁਰਾਨ ਤਿਨ ਸਿਮਰਤ ਸੋ ਨੀਜਾ। ਉਸ ਪੁਰਸ਼ ਨੇ ਏਕਾਦਸ਼ੀ, ਪੁੰਨਿਆ ਆਦਿ ਦੇ ਵਰਤ, ਨਿਯਮ ਜਾਂ ਜਮ ਨੇਮ ਆਦਿਕ ਤੀਰਥਾਂ ਦੇ ਮੱਜਨ ਇਸ਼ਨਾਨ ਅਤੇ ਪੂਜਾ ਆਦਿਕ ਸਾਰੇ ਕਰਮ ਕਰ ਲਏ ਹਨ। ਉਸਨੇ ਚਾਰੇ ਵੇਦ, 18 ਪੁਰਾਨ, 27 ਸਿਮਰਤੀਆਂ ਇਤਿਆਦਿ ਸਾਰੇ ਗ੍ਰੰਥ ਹੀ ਸੁਨੀਜਾ ਕਹੀਏ ਸੁਣ ਲਏ ਹਨ। ਮਹਾ ਪੁਨੀਤ ਜਾ ਕਾ ਨਿਰਮਲ ਥਾਨ, ਸਾਧ ਸੰਗ ਜਾ ਕੈ ਹਰਿ ਹਰਿ ਨਾਮ। ਜਿਨ੍ਹਾਂ ਸੰਤ ਜਨਾਂ ਦਾ ਹਿਰਦਾ ਰੂਪੀ ਜਾਂ ਸਤਸੰਗਤ ਰੂਪੀ ਅਸਥਾਨ ਨਿਰਮਲ, ਸ਼ੁੱਧ ਅਤੇ ਮਹਾਂ ਬਹੁਤ ਪੁਨੀਤ ਪਵਿੱਤਰ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਸ੍ਰੇਸ਼ਟ ਜਨਾਂ ਦੀ ਸੰਗਤ ਦੁਆਰਾ ਹਰੀ ਪਰਮੇਸ਼ਰ ਦਾ ਨਾਮ ਵਸਿਆ ਹੋਇਆ ਹੈ। ਪ੍ਰਗਟਿਓ ਸੋ ਜਨ ਸਗਲੇ ਭਵਨ, ਪਤਿਤ ਪੁਨੀਤ ਤਾਕੀ ਪਗ ਰੇਨ। ਉਹ ਜਨ ਪੁਰਸ਼ ਸਾਰੇ ਭਵਨ ਲੋਕਾਂ ਵਿੱਚ ਹੀ ਪ੍ਰਗਟਿਓ ਕਹੀਏ ਪ੍ਰਗਟ ਹੋ ਜਾਂਦੇ ਹਨ। ਉਹਨਾਂ ਦੇ ਪਗ ਚਰਨਾਂ ਦੀ ਰੇਨ ਧੂੜੀ ਤਾਂ ਪਤਿਤ ਪਾਪੀਆਂ ਨੂੰ ਪਵਿੱਤਰ ਕਰਨ ਵਾਲੀ ਹੈ। ਜਾ ਕੋ ਭੇਟਿਓ ਹਰਿ ਹਰਿ ਰਾਏ, ਤਾ ਕੀ ਗਤ ਮਿਤ ਕਥਨ ਨ ਜਾਏ। ਜਿਨ੍ਹਾਂ ਤਾਈਂ ਰਾਏ ਰਾਜਾ ਸਰੂਪ ਹਰੀ ਪਰਮੇਸ਼ਰ ਮਿਲਿਆ ਹੈ, ਉਹਨਾਂ ਦੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਵਰਣਨ ਨਹੀਂ ਕੀਤੀ ਜਾ ਸਕਦੀ। ਆਠ ਪਹਿਰ ਕਰ ਜੋੜ ਧਿਆਵੋ, ਉਨ ਸਾਧਾਂ ਕਾ ਦਰਸ਼ਨ ਪਾਵੋ। ਹੇ ਭਾਈ, 8 ਪਹਿਰ ਆਪਣੇ ਪ੍ਰਤੱਖ ਜਾਂ ਮਨ ਬੁੱਧ ਰੂਪੀ ਹੱਥ ਜੋੜ ਕਰਕੇ ਪਰਮੇਸ਼ਰ ਨੂੰ ਧਿਆਉਣਾ ਕਰੋ। ਉਹਨਾਂ ਮਨ ਨੂੰ ਸਾਧਨ ਵਾਲੇ ਸਾਧਾਂ ਸ੍ਰੇਸ਼ਟ ਮਹਾਂਪੁਰਖਾਂ ਦਾ ਦਰਸ਼ਨ ਦੀਦਾਰ ਪਾਉਣਾ ਕਰੋ। ਮੋਹਿ ਗਰੀਬ ਕੋ ਲੇਹੁ ਰਲਾਏ, ਨਾਨਕ ਆਏ ਪਏ ਸਰਣਾਏ। ਹੇ ਮਹਾਰਾਜ, ਮੈਨੂੰ ਗਰੀਬ ਦੀਨ ਨੂੰ ਆਪਣੇ ਪਿਆਰਿਆਂ ਦੇ ਨਾਲ ਰਲਾ ਲੈਣਾ ਕਰੋ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਉਂ ਬੇਨਤੀ ਕਰੇ ਕਿ ਹੇ ਮਹਾਰਾਜ, ਅਸੀਂ ਤੁਹਾਡੀ ਸ਼ਰਨ ਵਿੱਚ ਆ ਕਰਕੇ ਪਏ ਹਾਂ, ਤੁਸੀਂ ਹੀ ਲਾਜ ਰੱਖੋ। ਆਸਾ ਮਹੱਲਾ ਪੰਜਵਾ। ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਸਾਹਿਬ ਜੀ ਦੀਆਂ ਪਰਿਕਰਮਾ ਕਰ ਰਹੇ ਸਨ ਅਤੇ ਨਾਲ ਭਾਈ ਗੁਰਦਾਸ ਜੀ, ਭਾਈ ਪ੍ਰਾਣਾ ਜੀ, ਭਾਈ ਮੰਝ, ਬਾਬਾ ਬੁੱਢਾ ਸਾਹਿਬ ਜੀ ਇਤਿਆਦਿਕ ਸਿੱਖ ਸਨ। ਜਦੋਂ ਬਾਬਾ ਬੁੱਢਾ ਜੀ ਦੀ ਬੇਰ ਦੇ ਪਾਸ ਪਹੁੰਚੇ ਤਾਂ ਉੱਥੇ ਇੱਕ ਬ੍ਰਾਹਮਣ ਸਾਲਗ੍ਰਾਮ ਦੀ ਪੂਜਾ ਕਰ ਰਿਹਾ ਸੀ। ਸਤਿਗੁਰੂ ਜੀ ਉਸ ਵੇਲੇ ਕਿਸੇ ਨਾਲ ਬਚਨ ਨਹੀਂ ਕਰਿਆ ਕਰਦੇ ਸੀ, ਚੁੱਪ ਕਰਕੇ ਉਸਦੇ ਕੋਲੋਂ ਦੀ ਲੰਘ ਗਏ। ਜਦੋਂ ਦੂਸਰੀ ਪਰਿਕਰਮਾ ਕਰਦੇ ਪਏ ਸਨ, ਤਦੋਂ ਉਹ ਬ੍ਰਾਹਮਣ ਸਤਿਗੁਰਾਂ ਦੀ ਨਿੰਦਿਆ ਕਰਨ ਲੱਗ ਪਿਆ।
ਤੇ ਕਹਿੰਦਾ ਕਿ ਮਹਾਰਾਜ, ਅਸੀਂ ਬ੍ਰਾਹਮਣ ਚੌਹਾਂ ਯੁੱਗਾਂ ਦੇ ਗੁਰੂ ਹਾਂ, ਸਾਡੀ ਤਾਂ ਤੁਸੀਂ ਕੀ ਪੂਜਾ ਕਰਨੀ ਸੀ, ਤੁਸੀਂ ਤਾਂ ਠਾਕੁਰਾਂ ਨੂੰ ਵੀ ਮੱਥਾ ਨਹੀਂ ਟੇਕਿਆ। ਤਦੋਂ ਸਤਿਗੁਰਾਂ ਨੇ ਕਿਹਾ ਕਿ ਅਸੀਂ ਤਾਂ ਸਦਾ ਹੀ ਸਾਲਗ੍ਰਾਮ ਦੀ ਸੇਵਾ ਕਰਦੇ ਹਾਂ। ਬ੍ਰਾਹਮਣ ਕਹਿੰਦਾ ਕਿ ਕਦੇ ਦੇਖਿਆ ਤਾਂ ਹੈ ਨਹੀਂ। ਤਦ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ। ਆਸਾ ਮਹੱਲਾ ਪੰਜਵਾ। ਆਠ ਪਹਿਰ ਉਦਕ ਇਸਨਾਨੀ, ਸਦ ਹੀ ਭੋਗ ਲਗਾਏ ਸੁਗਿਆਨੀ। ਜੋ ਅੱਠੇ ਪਹਿਰ ਜਲ ਵਿੱਚ ਜੀਵ ਰੂਪ ਹੋ ਕੇ, ਜਲਾਂ ਵਿੱਚ ਵਿਆਪਕ ਰੂਪ ਹੋ ਕੇ, ਜਾਂ ਸ਼ੇਖ ਸਾਈਂ ਰੂਪ ਹੋ ਕੇ ਇਸ਼ਨਾਨ ਕਰ ਰਿਹਾ ਹੈ, ਫਿਰ ਜੀਵ ਰੂਪ ਹੋ ਕੇ ਹਮੇਸ਼ਾ ਹੀ ਭੋਗ ਲਗਾ ਰਿਹਾ, ਭਾਵ ਜੋ ਪਰਮੇਸ਼ਰ ਦੇ ਪਿਆਰੇ ਪ੍ਰਭੂ ਨੂੰ ਯਾਦ ਕਰਕੇ ਮੁੱਖ ਵਿੱਚ ਗਰਾਹੀ ਪਾਉਂਦੇ, ਇਹੀ ਭੋਗ ਲੱਗ ਰਿਹਾ। ਅਤੇ ਉਹ ਸੁਗਿਆਨੀ ਸ੍ਰੇਸ਼ਟ ਗਿਆਨਵਾਨ ਹੈ, ਅਰਥਾਤ ਘਟਾਂ ਘਟਾਂ ਦੀ ਜਾਣਨ ਵਾਲਾ ਹੈ। ਬਿਰਥਾ ਕਾਹੂ ਛੋੜੈ ਨਾਹੀ, ਬਹੁਰ ਬਹੁਰ ਤਿਸ ਲਾਗਹਿ ਪਾਈ। ਹੇ ਬ੍ਰਾਹਮਣ, ਸਾਡਾ ਸਾਲਗ੍ਰਾਮ ਕਿਸੇ ਵੀ ਅਰਾਧਨ ਵਾਲੇ ਦੀ ਜੰਮਣ ਮਰਨ ਰੂਪ ਬਿਰਥਾ ਪੀੜਾ ਛੱਡਦਾ ਨਹੀਂ ਹੈ, ਕਿਸੇ ਨੂੰ ਵੀ ਬਿਰਥਾ ਵਿਅਰਥ ਭਾਵ ਖਾਲੀ ਨਹੀਂ ਰਹਿਣ ਦਿੰਦਾ। ਅਸੀਂ ਤਾਂ ਬਹੁਰ ਬਹੁਰ ਬਾਰੰਬਾਰ ਉਸ ਪਰਮੇਸ਼ਰ ਦੀ ਪਾਈ ਚਰਨੀ ਲੱਗਦੇ ਹਾਂ, ਹੋਰ ਕਿਸੇ ਠਾਕੁਰਾਂ ਆਦਿ ਨੂੰ ਥੋੜ੍ਹਾ ਚਿਰ ਮੱਥਾ ਟੇਕਣ ਵਾਲੇ ਨਹੀਂ ਹਾਂ। ਸਾਲਗ੍ਰਾਮ ਹਮਾਰੈ ਸੇਵਾ, ਪੂਜਾ ਅਰਚਾ ਬੰਦਨ ਦੇਵਾ ਰਹਾਉ। ਸਾਲ ਕੀਏ ਸ੍ਰੇਸ਼ਟ ਘਰ ਗਿਰਾਮ ਸਮੂਹ, ਭਾਵ ਜੋ ਸਾਰਿਆਂ ਦਾ ਆਦਿਸ਼ਠਾਨ ਰੂਪੀ ਘਰ ਹੈ, ਜੋ ਸਾਰਿਆਂ ਵਿੱਚ ਸ੍ਰੇਸ਼ਟ ਢਾਈ ਵਾਲਾ ਦੇਣ ਵਾਲਾ ਹੈ। ਸਾਡੇ ਹਿਰਦੇ ਵਿੱਚ ਤਾਂ ਉਸ ਦੀ ਭਗਤੀ ਰੂਪ ਸੇਵਾ ਟਹਿਲ ਹੈ, ਜੋ ਸਾਰਿਆਂ ਦਾ ਪ੍ਰਕਾਸ਼ ਸਰੂਪ ਹੈ। ਉਸ ਨੂੰ ਬੰਦਨ ਨਮਸਕਾਰ ਕਰਨ ਰੂਪ ਪੂਜਣਾ ਤੇ ਅਰਚਾ ਚੰਦਨ ਛਿੜਕਣਾ ਕਰਦੇ ਹਾਂ। ਮਨ ਤਨ ਅਰਪਣ ਰੂਪ ਪੂਜਾ ਕਰਦੇ ਹਾਂ, ਪ੍ਰੇਮ ਰੂਪੀ ਚੰਦਨ ਛਿੜਕਦੇ ਹਾਂ ਅਤੇ ਸਦਾ ਹੀ ਦੇਵਾ ਪ੍ਰਕਾਸ਼ ਸਰੂਪ ਨੂੰ ਨਮਸਕਾਰ ਕਰਦੇ ਹਾਂ। ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਘੰਟਾ ਜਾ ਕਾ ਸੁਣੀਐ ਚਹੁਕੁੰਟ, ਆਸਨ ਜਾ ਕਾ ਸਦਾ ਬੈਕੁੰਠ। ਸਤਿਗੁਰੂ ਕਿਰਪਾ ਕਰੇ, ਜਿਸ ਪਰਮੇਸ਼ਰ ਦਾ ਹੁਕਮ ਰੂਪੀ ਘੰਟਾ ਹੁੰਦਾ ਘੜਿਆਲ ਚਾਰੇ ਕੁੰਟਾਂ ਵਿੱਚ ਸੁਣੀਦਾ ਹੈ, ਜਿਸ ਪ੍ਰਭੂ ਦਾ ਸਦਾ ਹਮੇਸ਼ਾ ਹੀ ਬੈਕੁੰਠ ਨਾਸ਼ ਤੋਂ ਰਹਿਤ ਮਹਾਂ ਆਨੰਦਦਾਇਕ ਥਾਂ ਵਿੱਚ ਸਾਧ ਸੰਗਤ ਰੂਪ ਬੈਕੁੰਠ ਵਿੱਚ ਆਸਨ ਸਥਿਤੀ ਹੈ। ਜਾ ਕਾ ਚਵਰ ਸਭ ਊਪਰ ਝੂਲੈ, ਤਾ ਕਾ ਧੂਪ ਸਦਾ ਪਰ ਫੁੱਲੈ। ਜਿਸ ਸਾਡੇ ਪਰਮੇਸ਼ਰ ਦਾ ਪ੍ਰਤਾਪ ਰੂਪੀ ਚਵਰ ਸਾਰਿਆਂ ਉੱਤੇ ਝੂਲੈ ਕੀਏ ਝੁੱਲ ਰਿਹਾ, ਤਿਸ ਪ੍ਰਭੂ ਦਾ ਜਸ ਰੂਪੀ ਧੂਪ ਹਮੇਸ਼ਾ ਹੀ ਪ੍ਰਫੁੱਲਤ ਹੋ ਰਿਹਾ। ਜਿੰਨੇ ਵੀ ਬ੍ਰਿਸ਼ ਪ੍ਰਫੁੱਲਤ ਹੋ ਰਹੇ ਹਨ, ਉਹ ਪ੍ਰਭੂ ਨੂੰ ਵਿਸ਼ੇਸ਼ ਕਰਕੇ ਫੁੱਲ ਚੜ੍ਹਾ ਰਹੇ ਆ। ਘਟ ਘਟ ਸੰਪਟ ਹੈ ਰੇ ਜਾ ਕਾ, ਅਪੱਗ ਸਭਾ ਸੰਗ ਹੈ ਸਾਧਾ। ਹੇ ਭਾਈ, ਸਾਰੇ ਜੀਵਾਂ ਦਾ ਘਟ ਘਟ ਹਿਰਦਾ ਜਾਂ ਚਾਰੇ ਖਾਣੀਆਂ ਰੂਪ ਜਿਸ ਪਰਮੇਸ਼ਰ ਦਾ ਬਿਰਾਜਣ ਵਾਸਤੇ ਸੰਪਟ ਹੁੰਦਾ ਡੱਬਾ ਹੈ। ਸੰਤ ਜਨਾਂ ਦਾ ਸੰਗ ਸਾਥ ਭਾਵ ਸੰਗਤ ਹੀ ਉਸ ਪ੍ਰਭੂ ਦੀ ਅਭਾਗ ਹੁੰਦੀ ਸਭਾ ਨਾਸ਼ ਤੋਂ ਰਹਿਤ ਸਭਾ ਹੈ। ਫਿਰ ਪ੍ਰਸ਼ਨ ਕਰਦੇ, ਹੇ ਮਹਾਰਾਜ, ਅਸੀਂ ਤਾਂ ਥਾਲ ਆਦਿਕ ਘੁਮਾ ਕੇ ਆਰਤੀ ਕਰਦੇ ਹਾਂ, ਤੁਸੀਂ ਕਿਹੜੀ ਆਰਤੀ ਕਰਦੇ ਹੋ? ਗੁਰ ਉੱਤਰ ਬਖਸ਼ਿਸ਼ ਕਰਦੇ ਹਨ। ਆਰਤੀ ਕੀਰਤਨ ਸਦਾ ਆਨੰਦ, ਮਹਿਮਾ ਸੁੰਦਰ ਸਦਾ ਬੇਅੰਤ। ਅਸੀਂ ਪ੍ਰਭੂ ਦਾ ਕੀਰਤਨ ਜਸ ਕਰਨ ਰੂਪ ਆਰਤੀ ਕਰਦੇ ਹਾਂ, ਜਿਸ ਕਰਕੇ ਹਮੇਸ਼ਾ ਆਨੰਦ ਵਿੱਚ ਖਿੜੇ ਰਹਿੰਦੇ ਹਾਂ। ਜਿਸ ਦਾ ਕੀਰਤਨ ਕਰਕੇ ਸਦੀਵੀ ਰਹਿਣ ਵਾਲਾ ਆਨੰਦ ਪ੍ਰਾਪਤ ਹੁੰਦਾ ਹੈ, ਉਸੇ ਦੀ ਆਰਤੀ ਕਰਦੇ ਹਾਂ। ਉਸ ਸੱਤ ਵਿੱਚ ਆਨੰਦ ਸਰੂਪ ਅੰਤ ਤੋਂ ਰਹਿਤ ਪ੍ਰਭੂ ਦੀ ਹਮੇਸ਼ਾ ਹੀ ਸੁੰਦਰ ਸੋਹਣੀ ਮਹਿਮਾ ਸੋਭਾ ਹੈ। ਜਿਸ ਹੈ ਪ੍ਰਾਪਤ ਤਿਸ ਹੀ ਲਹਿਣਾ, ਸੰਤ ਚਰਨ ਉਹ ਆਇਓ ਸਰਨਾ। ਹੇ ਭਾਈ, ਜਿਸ ਨੂੰ ਅਜਿਹਾ ਠਾਕੁਰ ਗੁਰਾਂ ਦੁਆਰਾ ਪ੍ਰਾਪਤ ਕਈਏ ਮਿਲਣਾ ਲਿਖਿਆ ਹੈ, ਉਸੇ ਨੇ ਹੀ ਲਹਿਣਾ ਪ੍ਰਾਪਤ ਕਰਨਾ ਕੀਤਾ ਹੈ। ਉਸ ਪੁਰਸ਼ ਦੀ ਸ਼ਾਂਤ ਚਿੱਤ ਸਤਿਗੁਰਾਂ ਦੇ ਚਰਨਾਂ ਦੀ ਸਰਨਾ ਕੀ ਸ਼ਰਨ ਵਿੱਚ ਆਇਆ ਹੈ। ਹਾਥ ਚੜਿਓ ਹਰ ਸਾਲ ਗਿਰਾਮ, ਕਹੋ ਨਾਨਕ ਗੁਰ ਕੀਨੋ ਦਾਨ।
ਸਾਲ ਗ੍ਰਾਮ ਸਾਲ ਸ਼੍ਰੇਸ਼ਟਾਈ ਗ੍ਰਾਮ ਸਮੂਹ ਭਾਵ ਸਾਰਿਆਂ ਨੂੰ ਸ਼੍ਰੇਸ਼ਟਤਾਈ ਦੇਣ ਵਾਲਾ ਹਰੀ ਪਰਮੇਸ਼ਰ ਤਦੋਂ ਮਨ ਰੂਪੀ ਹੱਥ ਵਿੱਚ ਚੜ੍ਹਿਆ ਭਾਵ ਸਾਖਿਆਤ ਹੋਇਆ। ਸਤਿਗੁਰੂ ਜੀ ਕਥਨ ਕਰਦੇ, ਜਦੋਂ ਸਾਡੇ ਤਾਈਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਦਾ ਦਾਨ ਦੇਣਾ ਕੀਤਾ ਹੈ। ਆਸਾ ਮਹੱਲਾ ਪੰਜਵਾ ਪੰਚਪਦਾ। ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੋਇੰਦਵਾਲ ਸਾਹਿਬ ਵਿਖੇ ਜੋੜ ਮੇਲਾ ਮਨਾਉਣ ਲਈ ਗਏ ਸਨ, ਤਦ ਸਤਿਗੁਰਾਂ ਦੇ ਨਾਲ ਬਾਬਾ ਮਹਾਦੇਵ ਜੀ ਵੀ ਗਏ ਸੀ। ਬਾਬਾ ਮਹਾਦੇਵ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ, ਜੋ ਮੈਂ ਵੱਡੇ ਭਰਾ ਪ੍ਰਿਥੀਏ ਦੇ ਸੰਗ ਕਰਕੇ ਕੁਸੰਗਤ ਵਿੱਚ ਫਸਿਆ ਰਿਹਾ, ਆਪ ਜੀ ਨੂੰ ਬੁਲਾਇਆ ਨਹੀਂ, ਉਹ ਮੇਰੀ ਸਾਰੀ ਭੁੱਲ ਬਖਸ਼ ਦਿਓ। ਤਦ ਸਤਿਗੁਰਾਂ ਨੇ ਕਿਹਾ ਕਿ ਭਰਾਤਾ ਮਹਾਦੇਵ ਜੀ, ਤੁਹਾਡਾ ਹੁਣ ਅੰਤ ਦਾ ਸਮਾਂ ਆ ਗਿਆ ਹੈ। ਤੁਸੀਂ ਬੌਲੀ ਸਾਹਿਬ ਵਿਖੇ 84 ਜਪਜੀ ਸਾਹਿਬ ਦੇ ਪਾਠ ਅਤੇ 84 ਵਾਰ ਇਸ਼ਨਾਨ ਕਰੋ, ਮੁਕਤ ਹੋ ਜਾਵੋਗੇ। ਬਾਬਾ ਮਹਾਦੇਵ ਜੀ ਨੇ ਸਤਿਗੁਰਾਂ ਦੇ ਬਚਨ ਮੰਨ ਕੇ ਬੌਲੀ ਸਾਹਿਬ ਵਿੱਚ 84 ਵਾਰ ਇਸ਼ਨਾਨ ਅਤੇ 84 ਜਪਜੀ ਸਾਹਿਬ ਦੇ ਪਾਠ ਕੀਤੇ ਅਤੇ ਬਾਹਰ ਆ ਕੇ ਸਤਿਗੁਰਾਂ ਨੂੰ ਬਾਬਾ ਮਹਾਦੇਵ ਜੀ ਨੇ ਕਿਹਾ ਕਿ ਮੈਨੂੰ ਪਰਲੋਕ ਦੇ ਰਸਤੇ ਦਾ ਬਹੁਤ ਡਰ ਲੱਗਦਾ ਹੈ। ਤਦ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ। ਆਸਾ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਚਪਦਾ ਭਾਵ 5 ਪੌੜੀਆਂ ਵਾਲਾ, ਜੋ ਏਕਾ ਥੱਲੇ ਲੱਗਾ ਪੈਰ ਵਿੱਚ ਦੱਦੇ ਦੇ, ਇਸ ਦਾ ਭਾਵ ਹੈ 5 ਪੌੜੀਆਂ ਵਾਲਾ ਇੱਕ ਸ਼ਬਦ ਆਵੇਗਾ। ਜੇ ਪੈੜੈ ਲੂਟੀ ਪਨਹਾਰੀ, ਸੋ ਮਾਰਗ ਸੰਤਨ ਦੂਰਾਰੀ। ਹੇ ਭਰਾਤਾ ਜੀ, ਜਿਸ ਜਮਾਂ ਦੇ ਪੈੜੈ ਰਸਤੇ ਵਿੱਚ ਸਕਾਮ ਕਰਮਾਂ ਰੂਪੀ ਪਨਹਾਰੀ ਪਾਣੀ ਭਰਨ ਵਾਲੀ ਜੀਵ ਰੂਪੀ ਇਸਤਰੀ ਨੂੰ ਲੁੱਟਿਆ ਜਾਂਦਾ ਹੈ, ਉਹ ਜਮਾਂ ਦਾ ਮਾਰਗ ਰਸਤਾ ਸੰਤ ਜਨਾਂ ਤੋਂ ਦੂਰਾਰੀ ਦੂਰ ਹੀ ਰਹਿ ਜਾਂਦਾ ਹੈ। ਕਿਉਂਕਿ ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾ ਗਾਤੀ ਲੂਟੈ। ਸਤਿਗੁਰ ਪੂਰੈ ਸਾਚ ਕਹਿਆ, ਇਹ ਤਾਂ ਪੂਰਨ ਸਤਿਗੁਰੂ ਸੱਚੇ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੱਚਾ ਉਪਦੇਸ਼ ਕਿਹਾ ਹੈ। ਨਾਮ ਤੇਰੇ ਕੀ ਮੁਕਤੇ ਬੀਥੀ, ਜਮ ਕਾ ਮਾਰਗ ਦੂਰ ਰਹਿਆ ਰਹਾਉ। ਹੇ ਪਰਮੇਸ਼ਰ, ਤੁਹਾਡੇ ਨਾਮ ਦੀ ਮੁਕਤੇ ਬੀਥੀ ਹੁੰਦਾ ਖੁੱਲ੍ਹੀ ਗਲੀ ਵਿੱਚ ਚੱਲਦਾ ਹੈ। ਜੋ ਤੁਹਾਡੇ ਨਾਮ ਜਪਣ ਵਾਲੇ ਹਨ, ਉਹਨਾਂ ਨੂੰ ਮੁਕਤੀ ਰੂਪੀ ਬੀਥੀ ਗਲੀ ਦੀ ਪ੍ਰਾਪਤੀ ਹੁੰਦੀ ਆ। ਉਹ ਜੂਨਾ ਰੂਪੀ ਬੀਥੀ ਗਲੀਆਂ ਵਿੱਚ ਭਾਵ ਪੈਣ ਤੋਂ ਮੁਕਤੇ ਛੁੱਟ ਜਾਂਦੇ ਆ ਅਤੇ ਉਹਨਾਂ ਦੇ ਕੋਲੋਂ ਜਮਦੂਤਾਂ ਦਾ ਮਾਰਗ ਰਸਤਾ ਪਰੇ ਹੀ ਰਹਿ ਜਾਂਦਾ ਹੈ। ਰਹਾਉ ਜਹ ਲਾਲਚ ਜਾਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ। ਜਿੱਥੇ ਪ੍ਰਲੋਕ ਵਿੱਚ ਬੈਤਰਨੀ ਨਦੀ ਦੇ ਘਾਟ ਰਸਤੇ ਉੱਪਰ ਜਮਦੂਤ ਰੂਪੀ ਜਾਗਾਤੀ ਮਸੂਲੀਏ ਬਹੁਤ ਲਾਲਚ ਲੋਭੀ ਹਨ, ਪਰੰਤੂ ਉਹ ਬਾਟ ਪ੍ਰਭੂ ਜਨ ਭਗਤਾਂ ਤੋਂ ਦੂਰ ਫਾਸਲੇ 'ਤੇ ਹੀ ਰਹਿ ਜਾਂਦੀ ਹੈ। ਜਹ ਆਵਟੇ ਬਹੁਤ ਘਨ ਸਾਥ, ਜਹ ਆਵਟੇ ਬਹੁਤ ਘਨ ਸਾਥ, ਪਾਰ ਬ੍ਰਹਮ ਕੇ ਸੰਗੀ ਸਾਧ। ਸੰਗੀ ਸਾਧ, ਜਿੱਥੇ ਨਰਕਾਂ ਵਿੱਚ ਘਣੇ ਸਾਥ ਸਮੂਹ ਜੀਵਾਂ ਸਾਥਾਂ ਦੇ ਸਾਥ, ਕਾਫਲਿਆਂ ਦੇ ਕਾਫਲੇ ਬੇਅੰਤ ਹੀ ਆਵਟੇ ਤਪਾਏ ਜਾਂਦੇ ਹਨ। ਜੋ ਪਾਰ ਬ੍ਰਹਮ ਪਰਮੇਸ਼ਰ ਦੇ ਸੰਗੀ ਸਾਥੀ ਸਾਧ ਜਨ ਸੰਤ ਜਨ ਹਨ, ਔਰ ਉਸ ਰਸਤੇ ਨਹੀਂ ਪੈਂਦੇ। ਚਿੱਤਰ ਗੁਪਤ ਸਭ ਲਿਖਤੇ ਲੇਖਾ, ਭਗਤ ਜਨਾ ਕੋ ਦ੍ਰਿਸ਼ਟ ਨ ਪੇਖਾ। ਚਿੱਤਰ ਗੁਪਤ ਧਰਮ ਰਾਜੇ ਦੇ ਮੁੰਸ਼ੀ ਜੋ ਸਾਰਾ ਹਿਸਾਬ ਕਿਤਾਬ ਲਿਖਦੇ ਆ, ਪਰੰਤੂ ਇਹ ਪਰਮੇਸ਼ਰ ਦੇ ਭਗਤ ਸੇਵਕ ਜਨਾਂ ਨੂੰ ਦ੍ਰਿਸ਼ਟ ਨਿਗਾਹ ਭਰ ਕੇ ਵੀ ਨਹੀਂ ਵੇਖਦੇ। ਕਹੋ ਨਾਨਕ ਜਿਸ ਸਤਿਗੁਰ ਪੂਰਾ, ਵਾਜੇ ਤਾਕੈ ਅਨਹਦ ਤੂਰਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਭਰਾਤਾ ਮਹਾਦੇਵ ਜੀਓ, ਜਿਨ੍ਹਾਂ ਦੇ ਪੂਰਨ ਸਤਿਗੁਰੂ ਜੀ ਹਨ, ਉਹਨਾਂ ਦੇ ਅਨਹਦ ਹੱਦ ਤੋਂ ਰਹਿਤ ਇੱਕ ਰਸ ਜਸ ਰੂਪੀ ਤੂਰਾ ਵਾਜੇ ਵੱਜਦੇ ਹਨ। ਉਹ ਕਾਲ ਦੇ ਵਸ ਨਹੀਂ ਪੈਂਦੇ, ਮੁਕਤ ਹੋ ਜਾਂਦੇ ਹਨ। ਇਹ ਉਪਦੇਸ਼ ਸਰਵਣ ਕਰਕੇ ਬਾਬਾ ਮਹਾਦੇਵ ਜੀ ਸਤਿਗੁਰਾਂ ਦੇ ਚਰਨਾਂ ਉੱਪਰ ਸੀਸ ਰੱਖ ਕੇ ਸਰੀਰ ਤਿਆਗ ਗਏ। ਆਸਾ ਮਹੱਲਾ ਪੰਜਵਾ ਦੁਪਦਾ। ਇੱਕ ਦੋ ਪਦਿਆਂ ਵਾਲਾ ਇੱਕ ਸ਼ਬਦ ਆਵੇਗਾ।
ਸਾਧੂ ਸੰਗ ਸਿਖਾਇਓ ਨਾਮ, ਸਰਬ ਮਨੋਰਥ ਪੂਰਨ ਕਾਮ। ਸੰਤ ਜਨਾਂ ਦੇ ਸੰਗ ਸਾਥ ਨੇ ਮੈਨੂੰ ਪਰਮੇਸ਼ਰ ਦਾ ਨਾਮ ਜਪਣਾ ਸਿਖਾਉਣਾ ਕੀਤਾ ਹੈ, ਜਿਸ ਕਰਕੇ ਮੇਰੇ ਸਾਰੇ ਮਨੋਰਥ, ਮਨ ਦੇ ਫੁਰਨੇ, ਸੰਕਲਪ ਅਤੇ ਸੰਸਾਰਕ ਕੰਮ ਵੀ ਪੂਰੇ ਹੋ ਗਏ, ਕਾਮਨਾਵਾਂ ਵੀ ਪੂਰੀਆਂ ਹੋ ਗਈਆਂ। ਬੁਝ ਗਈ ਤ੍ਰਿਸ਼ਨਾ ਹਰ ਜਸ ਹੈ ਅਗਾਨੇ, ਜਪ ਜਪ ਜੀਵਾ ਸਾਰਿਗ ਪਾਨੇ। ਰਸਾਂ ਕਸਾਂ ਦੀ ਤ੍ਰਿਸ਼ਨਾ ਪਿਆਸਾ ਵੀ ਬੁਝ ਗਈ, ਨਿਵਰਤ ਹੋ ਗਈ, ਅਤੇ ਅਸੀਂ ਪਰਮੇਸ਼ਰ ਦੇ ਜਸ ਹੈ ਕੀਰਤਨ ਵਿੱਚ ਅਗਾਨੇ ਤ੍ਰਿਪਤ ਹੋ ਗਏ ਹਾਂ। ਜਿਵੇਂ ਸਾਰਗ ਬਬੀਹਾ ਪਾਨੇ ਕੀਏ ਪਾਣੀ ਭਾਵ ਸਵੰਤੀ ਬੂੰਦ ਨੂੰ ਜਪ ਜਪ ਕੇ ਜਿਉਂਦਾ ਹੈ, ਇਉਂ ਅਸੀਂ ਅੰਗਾਂ ਵਿੱਚ ਸ੍ਰੇਸ਼ਟਤਾਈ ਦੇਣ ਵਾਲੇ ਪਰਮੇਸ਼ਰ ਨੂੰ ਜਪ ਜਪ ਕੇ ਜਿਉਂਦੇ ਹਾਂ। ਕਰਨ ਕਰਾਵਨ ਸਰਨ ਪਰਿਆ, ਜੋ ਸਾਰੇ ਕਾਰਜਾਂ ਨੂੰ ਕਰਨ ਵਾਲਾ ਅਤੇ ਦੇਵਤਿਆਂ ਆਦਿ ਨੂੰ ਪ੍ਰੇਰ ਕੇ ਕਰਾਉਣ ਵਾਲਾ ਪਰਮੇਸ਼ਰ ਹੈ, ਸਾਡਾ ਮਨ ਉਸ ਦੀ ਸ਼ਰਨ ਓਟ ਵਿੱਚ ਪਿਆ ਹੈ। ਗੁਰ ਪ੍ਰਸਾਦ ਸਹਿਜ ਕਰ ਪਾਇਆ, ਮਿਟਿਆ ਅੰਧੇਰਾ ਚੰਦ ਚੜਿਆ ਰਹਾਉ। ਗੁਰ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਅਸੀਂ ਸ਼ਾਂਤ ਸਰੂਪ ਰੂਪੀ ਘਰ ਨੂੰ ਪਾਉਣਾ ਕੀਤਾ ਹੈ, ਅਤੇ ਅਗਿਆਨ ਰੂਪੀ ਹਨੇਰਾ ਮਿਟ ਗਿਆ, ਤੇ ਬ੍ਰਹਮ ਗਿਆਨ ਰੂਪੀ ਚੰਦਰਮਾ ਚੜ੍ਹ ਗਿਆ ਹੈ। ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਲਾਲ ਜਵੇਹਰ ਭਰੇ ਭੰਡਾਰ, ਟੋਟ ਨ ਆਵੈ ਜਪ ਨਿਰੰਕਾਰ। ਸੰਤ ਜਨਾਂ ਦੇ ਹਿਰਦੇ ਰੂਪੀ ਭੰਡਾਰੇ ਖਜ਼ਾਨੇ ਪ੍ਰੇਮ ਰੂਪੀ ਲਾਲ ਅਤੇ ਗਿਆਨ ਰੂਪੀ ਜਵੇਹਰ ਨਾਲ ਭਰੇ ਪੂਰਤ ਹੋਏ ਹਨ। ਨਿਰੰਕਾਰ ਆਕਾਰ ਰਹਿਤ ਪਰਮੇਸ਼ਰ ਦੇ ਨਾਮ ਨੂੰ ਜਪਣ ਕਰਕੇ ਕਿਸੇ ਵੀ ਪ੍ਰਕਾਰ ਦਾ ਕੋਈ ਘਾਟਾ ਤੋਟਾ ਨਹੀਂ ਆਉਂਦਾ। ਅੰਮ੍ਰਿਤ ਸ਼ਬਦ ਪੀਵੈ ਜਨ ਕੋਇ, ਨਾਨਕ ਤਾ ਕੀ ਪਰਮ ਗਤ ਹੋਏ। ਹੇ ਭਾਈ ਸਤਿਗੁਰਾਂ ਦੇ ਮ੍ਰਿਤਿੂ ਤੋਂ ਰਹਿਤ ਕਰਨ ਵਾਲੇ ਸ਼ਬਦ ਉਪਦੇਸ਼ ਨਾਮ ਨੂੰ ਜਿਹੜਾ ਕੋਈ ਜਨ ਪੁਰਸ਼ ਪੀਂਦਾ ਹੈ, ਗੁਰੂ ਸਾਹਿਬ ਜੀ ਕਥਨ ਕਰਦੇ ਹਨ, ਉਹਨਾਂ ਪੁਰਸ਼ਾਂ ਦੀ ਪਰਮ ਗਤੀ ਵੱਡੀ ਮੁਕਤੀ ਹੁੰਦੀ ਹੈ, ਭਾਵ ਕੇਵਲ ਮੋਖ ਦੀ ਪ੍ਰਾਪਤੀ ਹੁੰਦੀ ਹੈ। ਆਸਾ ਘਰ ਸੱਤਵਾਂ ਮਹੱਲਾ ਪੰਜਵਾ। ਜਿਸ ਵੇਲੇ ਬਾਬਾ ਮਹਾਦੇਵ ਜੀ ਦਾ ਸਰੀਰ ਸ਼ਾਂਤ ਹੋ ਗਿਆ, ਉਸ ਸਮੇਂ ਪਰਮੇਸ਼ਰ ਸਤਿਗੁਰਾਂ ਨੇ ਆਪ ਅਰਦਾਸ ਕੀਤੀ ਅਤੇ ਆਸਾ ਰਾਗ ਦੇ 7ਵੇਂ ਘਰ ਸੁਰ ਤਾਲ ਵਿੱਚ ਇਹ ਸ਼ਬਦ ਉਚਾਰਨ ਕੀਤਾ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਧਰਾਈ। ਹੇ ਗੁਰਸਿੱਖੋ, ਜੋ ਪੁਰਸ਼ ਨਿਤਾ ਪ੍ਰਤੀ ਪਰਮੇਸ਼ਰ ਦਾ ਨਾਮ ਆਪ ਦੇ ਹਿਰਦੇ ਵਿੱਚ ਧਿਆਉਂਦਾ, ਉਹ ਆਪਣੇ ਸੰਗੀ ਮੇਲੀ ਅਤੇ ਸਾਥੀ ਸਾਥ ਵਾਲੇ ਭਾਵ ਮਿੱਤਰ ਆਦਿਕ, ਜਾਂ ਜੋ ਮਨ ਕਰਕੇ ਸੰਗੀ ਤੇ ਬਾਣੀ ਕਰਕੇ ਸਾਥੀ ਹਨ, ਉਹਨਾਂ ਸਾਰਿਆਂ ਨੂੰ ਹੀ ਤਰਾ ਲੈਂਦਾ ਹੈ। ਗੁਰ ਮੇਰੈ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ ਰਹਾਉ। ਗੁਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ, ਗੁਰੂ ਰਾਮਦਾਸ ਮਹਾਰਾਜ ਜੀ ਹਮੇਸ਼ਾ ਹੀ ਸਾਡੇ ਸੰਗ ਸਾਥ ਹਨ ਅਤੇ ਨਾਲੇ ਨਾਲ ਹੋ ਕੇ ਸਹਾਇਤਾ ਕਰਨ ਵਾਲੇ ਹਨ। ਇਸ ਲੋਕ ਵਿੱਚ ਸਾਡੇ ਅੰਗ ਸੰਗ ਹਨ ਅਤੇ ਪ੍ਰਲੋਕ ਵਿੱਚ ਵੀ ਸਾਡੇ ਨਾਲ ਹਨ। ਉਹਨਾਂ ਸਿਮਰਨਯੋਗ ਸਤਿਗੁਰਾਂ ਨੂੰ ਮਨ ਬਾਣੀ ਸਰੀਰ ਦੁਆਰਾ ਸਿਮਰ ਕਈਏ ਯਾਦ ਕਰਕੇ ਸਦਾ ਹਮੇਸ਼ਾ ਹੀ ਸੰਭਾਲਦੇ ਹਾਂ। ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਹੇ ਗੁਰੂ ਜੀ, ਤੁਹਾਡਾ ਕੀਤਾ ਹੋਇਆ ਕਾਰਜ ਹੁਕਮ ਸਾਨੂੰ ਮਿੱਠਾ ਪਿਆਰਾ ਲੱਗਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਤੁਹਾਡੇ ਕੋਲੋਂ ਪਰਮੇਸ਼ਰ ਦਾ ਨਾਮ ਰੂਪੀ ਪਦਾਰਥ ਹੀ ਮੰਗਦੇ ਹਾਂ। ਆਸਾ ਮਹੱਲਾ ਪੰਜਵਾ। ਸਾਧੂ ਸੰਗਤ ਤਰਿਆ ਸੰਸਾਰ, ਹਰ ਕਾ ਨਾਮ ਮਨ ਹੈ ਆਧਾਰ। ਤਿਨਾਂ ਪੁਰਸ਼ਾਂ ਨੇ ਹੀ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਸੰਸਾਰ ਸਮੁੰਦਰ ਤੋਂ ਤਰਨਾ ਕੀਤਾ ਹੈ, ਜਿਨ੍ਹਾਂ ਨੇ ਕੇਵਲ ਪਰਮੇਸ਼ਰ ਦਾ ਨਾਮ ਹੀ ਮਨਹਿ ਕੀਏ ਹਿਰਦੇ ਵਿੱਚ ਆਧਾਰ ਆਸਰਾ ਬਣਾਇਆ ਹੈ। ਅਨਵੇਂ ਅਨੁਸਾਰ ਹੀ ਭਾਈ, ਜਿਨ੍ਹਾਂ ਨੇ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਇੱਕ ਹਰੀ ਪਰਮੇਸ਼ਰ ਦਾ ਨਾਮ ਹੀ ਆਪਣੇ ਮਨ ਦਾ ਆਧਾਰ ਆਸਰਾ ਬਣਾਇਆ ਹੈ, ਉਹ ਜਗਤ ਰੂਪੀ ਸਮੁੰਦਰ ਤੋਂ ਤਰ ਗਏ ਹਨ।
ਚਰਨ ਕਮਲ ਗੁਰਦੇਵ ਪਿਆਰੇ, ਪੂਜੈ ਸੰਤ ਹਰ ਪ੍ਰੀਤ ਪਿਆਰੇ ਰਹਾਉ। ਸਾਡੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਕਮਲ ਜਿਨ੍ਹਾਂ ਦੇ ਮਨ ਵਿੱਚ ਪਿਆਰੇ ਲੱਗੇ ਹਨ, ਉਹ ਪਰਮੇਸ਼ਰ ਦੀ ਪ੍ਰੀਤ ਸਨੇਹ ਦੇ ਪਿਆਰ ਵਾਲੇ ਸੰਤ ਸ਼ਾਂਤ ਚਿੱਤ ਮਹਾਂਪੁਰਖ ਉਹਨਾਂ ਚਰਨ ਕਮਲਾਂ ਨੂੰ ਪੂਜਣਾ ਕਰਦੇ ਹਨ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਪਾਵਨ ਕਿਰਪਾ ਕਰਦੇ ਹਨ। ਜਾ ਕੈ ਮਸਤਕ ਲਿਖਿਆ ਭਾਗ, ਕਹੋ ਨਾਨਕ ਤਾ ਕਾ ਥਿਰ ਸੁਹਾਗ। ਜਿਨ੍ਹਾਂ ਦੇ ਮਸਤਕ ਮੱਥੇ ਉੱਪਰ ਪਰਮੇਸ਼ਰ ਨੇ ਸ਼੍ਰੋਮਣੀ ਸ੍ਰੇਸ਼ਟ ਭਾਗ ਕਰਮਾਂ ਦਾ ਲੇਖ ਲਿਖਿਆ ਹੋਇਆ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦਾ ਥਿਰ ਸਥਿਤ ਰਹਿਣ ਵਾਲਾ ਸੁਹਾਗ ਕਹੀਏ ਆਨੰਦ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।